से जंत भये हरि आवले, जिनी मेरा सतगुर देखिया जाए। धन धन पिता धन धन कुल, धन धन सो जननी जिन गुरु जनिया माए। धन धन गुरु जिन नाम आराध्या, आप तरिया जिनी डिठा तिना लै छड़ाए। हर सतगुर मेलो दया कर, जन नानक धोवै पाए। कहाँ बुद्ध प्रभ तुछ हमारी, बरन सकै महिमा जो तिहारी। हम ना शक्त कर सिफत तुम्हारी, आप ले हो तुम कथा सुधारी। दीन दुनिया दे पातशाह धन धन श्री गुरु ग्रंथ साहिब सच्चे पातशाह जी, आप जी की हजूरी विच सजे हुए सत्कारयोग सन्मानयोग गुरु खालसा साध संगत जी, सारे आप जी वडभागी हो जो गुरु हजूरी विच पहुँचे हो। मनोबिरतियां नूं इकागर करके विचारां नूं रोक के सारे कलगीधर पातशाह की बख्शिश की हुई फतेह नाल सांझ करो जी। गज वज के फतेह बुलाओ जी। वाहिगुरू जी का खालसा, वाहिगुरू जी की फतेह। आप जी ने बड़ा रस पिन्ना कीर्तन भाई दविंदर सिंह जी हजूरी रागी श्री दरबार साहिब, उन्हां तो सरवण कीता है। अज दा ये समागम सतगुरु गुरु हरकृष्ण साहिब महाराज सच्चे पातशाह जी 8वें पातशाह, उन्हां दे चरण छू प्राप्त अस्थान गुरुद्वारा श्री पंजोखरा साहिब, जिथे सतगुरां ने पहुँच के इत्थों दीयां संगतां नूं निहाल कीता। सतगुरु जी का जीवन बड़ा महान है और हैरान कर देने वाला है, क्योंकि साध संगत जी आम तौर पे ये मन्निया जाता है कि गुरु किसी समझदार बंदे नूं बनाया जाए तो वड्डी उम्र के बंदे नूं, शरीरक उम्र जिहदी ज़्यादा होवे, उन्हों मनुख उहदी उम्र तो प्रभावित हुंदा है भी इन्नी वड्डी उम्र है, तजर्बा होवेगा। गुरु नानक दे घर विच जदों सतगुरां ने सिक्खी दी दात बख्शिश कीती है ते किसी गल्लों भी कोई भी पासा ऊना नहीं रहन दिता। इत्थे 72 साल दे बुढ़े बाबे गुरु अमरदास जी गद्दी ते बैठते हैं। 72 साल की उम्र है और 72 साल की उम्र 60 साल तो लैके 72 साल तक सेवा की है, वडेरी उम्र हुंदी है। एक पासे इन्नी वड्डी उम्र विच गुरु जोत गद्दी ते बैठदी है ते गुरु जोत ही है, वख-वख शरीरां दे विच सफ़र करके गई है। पर दूजे पासे वही गुरु जोत है जिहड़ी 5.5 साल के शरीर दे विच निवास करती है ते गुरु हरकृष्ण साहिब 5.5 साल की उम्र विच गद्दी ते बैठते हैं।
ਭੁਲੇਖਾ ਨਹੀਂ ਛੱਡਿਆ ਗੁਰੂ ਸਾਹਿਬ ਨੇ ਕਿ ਬੰਦੇ ਨੂੰ ਕਿਸੇ ਪਾਸਿਓਂ ਕੋਈ ਭੁਲੇਖਾ ਕੋਈ ਸ਼ੱਕ ਰਵੇ ਬਈ ਗੁਰੂ ਜੋਤ ਦਾ ਨਾਂ ਹੈ। ਗੁਰੂ ਕੇਵਲ ਸੰਸਾਰਿਕ ਪੜ੍ਹਾਈ ਤੇ ਬੁੱਧੀ ਦਾ ਨਾਂ ਨਹੀਂ ਹੈ, ਸੰਸਾਰਿਕ ਉਮਰ ਦਾ ਨਾਂ ਨਹੀਂ ਹੈ। ਇਹ ਗੱਲ ਸਾਨੂੰ ਸਾਰਿਆਂ ਨੂੰ ਪੱਕੀ ਤੌਰ ਤੇ ਪੱਲੇ ਬੰਨਣੀ ਪੈਗੀ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਜੋਤ ਤੇ ਜੁਗਤ ਦਾ ਪ੍ਰਕਰਨ ਹੈ, ਵਿਸ਼ਾ ਹੈ। ਜੁਗਤ ਸਰੀਰ 10 ਵਰਤੇ ਨੇ ਮਹਾਰਾਜ ਦੇ, ਸਰੀਰ 10 ਵਰਤੇ ਨੇ, ਜੋਤ 10 ਨਹੀਂ ਹੈ, ਜੋਤ ਇੱਕੋ ਹੀ ਹੈ। ਵੈਸੇ ਤਾਂ ਸਾਧ ਸੰਗਤ ਜੀ ਜੋਤ ਸਾਰਿਆਂ ਸਰੀਰਾਂ ਦੇ ਵਿੱਚ ਹੈ, ਕੋਈ ਜੋਤ ਇੱਥੋਂ ਤੱਕ ਕਿ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਜੋਤ ਤੋਂ ਖਾਲੀ ਤਾਂ ਕੋਈ ਥਾਂ ਹੈ ਨਹੀਂ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਛੋਟੇ ਕੀੜੇ ਤੋਂ ਲੈ ਕੇ ਤੇ ਹਾਥੀ ਤੱਕ ਸਾਰਿਆਂ ਦੇ ਵਿੱਚ ਉਹੀ ਜੋਤ ਹੈ। ਪਰ ਗੁਰੂ ਜੋਤ ਨੂੰ ਮਹਾਨਤਾ ਕਿਉਂ ਦਿੱਤੀ ਹੈ, ਇਹਦਾ ਕੀ ਕਾਰਨ ਹੈ? ਥੋੜੀ ਜਿਹੀ ਤਵੱਜੋ ਦੇਣਾ। ਜੋਤ ਸਾਰਿਆਂ ਦੇ ਵਿੱਚ ਹੀ ਹੈ, ਸਾਡੇ ਵਿੱਚ ਵੀ ਜੋਤ ਹੀ ਹੈ ਨਾ, ਤਾਂ ਹੀ ਸਰੀਰ ਚੱਲਦਾ ਹੈ। ਜੋਤ ਹੀ ਬੋਲਦੀ ਹੈ, ਜੋਤ ਹੀ ਵੇਖਦੀ ਹੈ, ਜੋਤ ਹੀ ਸੋਚਦੀ ਹੈ, ਜੋਤ ਹੀ ਠੰਡ ਗਰਮੀ ਮਹਿਸੂਸ ਕਰਦੀ ਹੈ, ਦੁੱਖ ਸੁੱਖ ਮਹਿਸੂਸ ਕਰਦੀ ਹੈ। ਔਰ ਬਾਣੀ ਦੇ ਵਿੱਚ ਬਕਾਇਦਾ ਇਹਦੇ ਭੱਟਾਂ ਨੇ ਇਸ ਚੀਜ਼ ਨੂੰ ਸਿੱਖਾਂ ਵਾਸਤੇ ਸਰਲ ਕਰਕੇ ਦੱਸਿਆ ਵੀ ਗੁਰੂ ਕੌਣ ਹੈ। ਗੁਰੂ ਨੂੰ ਵੀ ਲੋੜ ਪਈ ਉਹਨਾਂ ਦੀ, ਗੁਰੂ ਨੂੰ ਆਪਣਾ ਆਪ ਦੱਸਣ ਵਾਸਤੇ ਸਿੱਖਾਂ ਦੀ ਭੱਟਾਂ ਦੀ ਲੋੜ ਪਈ ਕਿ ਗੁਰੂ ਕੌਣ ਹੈ। ਇਸ ਕਰਕੇ ਉਹਨਾਂ ਨੇ ਵਿੱਚ ਭੱਟ ਲਿਆਂਦੇ ਨੇ। ਗੁਰੂ ਨੂੰ ਦੁਨੀਆ ਦੇ ਸਾਹਮਣੇ ਦੱਸਣ ਵਾਲਾ ਸਿੱਖ ਚਾਹੀਦਾ ਵੀ ਗੁਰੂ ਕੌਣ ਹੈ। ਅੱਜ ਵੀ ਇਹ ਸਮੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਕੌਣ ਨੇ। ਇਹ ਗੁਰੂ ਗ੍ਰੰਥ ਸਾਹਿਬ ਨੇ ਨਹੀਂ ਦੱਸਣਾ, ਇਹ ਸਿੱਖ ਨੇ ਦੱਸਣਾ ਗੁਰੂ ਗ੍ਰੰਥ ਸਾਹਿਬ ਕੌਣ ਨੇ। ਜਿੱਦਣ 1430 ਅੰਗ ਕਿਸੇ ਸਰੀਰ ਦੇ ਵਿੱਚੋਂ ਪ੍ਰਗਟ ਹੋ ਗਏ, ਉਦਣ ਗੁਰੂ ਗ੍ਰੰਥ ਸਾਹਿਬ ਨੇ ਦੁਨੀਆ ਦੇ ਵਿੱਚ ਪ੍ਰਗਟ ਹੋ ਜਾਣਾ। ਇਹ ਤੇ ਗੱਲ ਅਲੱਗ ਤੋਂ ਹੈ ਨਾ, ਆਪਾਂ ਪ੍ਰਕਾਸ਼ ਕੀਤਾ, ਆਪਾਂ ਗੁਰਦੁਆਰਾ ਸਾਹਿਬ ਬਣਾਏ ਨੇ, ਅਸਥਾਨ ਬਣਾਏ ਨੇ, ਅਲੱਗ ਤੋਂ ਇੱਕ ਸਤਿਕਾਰ ਦੀ ਗੱਲ ਹੈ। ਇਹ ਸਾਡਾ ਪਿਆਰ ਹੈ ਕਿ ਅਸੀਂ ਗੁਰੂ ਕੇ ਸਥਾਨ, ਗੁਰੂ ਕੇ ਲੰਗਰ, ਗੁਰੂ ਕੇ ਤਖਤ, ਗੁਰੂ ਕੇ ਧਾਮ ਨੇ, ਮਹਾਰਾਜ ਦੇ ਉੱਤੇ ਚੌਰ ਝੁਲਦਾ। ਇਹ ਇੱਕ ਅਲੱਗ ਤੋਂ ਵਿਸ਼ਾ ਸਾਡਾ ਨਿੱਜੀ ਹੈ। ਪਰ ਜਿਹੜਾ ਹੁਣ ਤੁਸੀਂ ਇੱਥੇ ਕੋਈ 2-4 ਹਜ਼ਾਰ ਸਰੀਰ ਆਇਆ, ਜਿਹੜਾ ਇੱਧਰ 1.5 ਹੋਰ ਬੰਦਾ 2-3 ਲੱਖ ਬੈਠਾ, ਉਹਨੂੰ ਕਿਵੇਂ ਪਤਾ ਲੱਗੇਗਾ ਗੁਰੂ ਗ੍ਰੰਥ ਸਾਹਿਬ ਕੌਣ ਹੈ? ਉਹਨੂੰ ਉਦਣ ਪਤਾ ਲੱਗਣਾ ਜਿੱਦਣ ਗੁਰੂ ਗ੍ਰੰਥ ਸਾਹਿਬ ਤੁਹਾਡੇ ਜੀਵਨ ਵਿੱਚੋਂ ਪ੍ਰਗਟ ਹੋਣ ਲੱਗ ਪਏ। ਤੇ ਤੁਸੀਂ ਬਾਜ਼ਾਰ ਵਿੱਚ ਤੁਰੇ ਤੇ ਲੋਕਾਂ ਨੇ ਪੁੱਛਿਆ ਵੀ ਸਿੱਖ ਕਿਹਦਾ ਹੈ, ਇਹਦੇ ਵਿੱਚ ਇਹ ਚੀਜ਼ ਆਈ ਕਿੱਥੋਂ ਹੈ? ਉਹ ਗੁਣ ਪ੍ਰਗਟ ਹੋਏ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਹੈ। ਉਹ ਚੀਜ਼ ਸਿੱਖ ਦੇ ਰਾਹੀਂ ਪ੍ਰਗਟ ਹੋਣੀ ਹੈ। ਇਸ ਕਰਕੇ ਭਗਤ ਕਹਿੰਦੇ ਨੇ, ਰੱਬ ਨੂੰ ਕਹਿੰਦੇ ਪਿਆਰ ਦੇ ਨਾਲ, ਕਹਿੰਦੇ ਰੱਬਾ ਤੂੰ ਬੜਾ ਵੱਡਾ ਹੈ, ਤੇਰੇ ਨਾਲ ਦਾ ਹੋਰ ਕੋਈ ਨਹੀਂ। ਪਰ ਜੇ ਅਸੀਂ ਵੀ ਨਾ ਹੁੰਦੇ ਤੇ ਤੇਰਾ ਕਿਸੇ ਨਾਂ ਦੁਨੀਆ ਵਿੱਚ ਲੈਣਾ ਨਹੀਂ ਸੀ। ਪਰਮੇਸ਼ਰ ਆਪ ਬੇਅੰਤ ਤੇ ਭਾਵੇਂ ਉਹਨੂੰ ਉਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹਨੂੰ ਕੋਈ ਨਾਮ ਹੀ ਜਪੇ ਤਾਂ ਵੀ ਉਹ ਕਾਇਮ ਰਹਿੰਦਾ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹਨੇ ਤੇ ਰਹਿਣੇ ਰਹਿਣਾ, ਭਾਵੇਂ ਕੋਈ ਜਪਣ ਵਾਲਾ ਹੈ ਤੇ ਭਾਵੇਂ ਕੋਈ ਜਪਣ ਵਾਲਾ ਨਹੀਂ। ਇਹ ਗੱਲ ਅਲੱਗ ਤੋਂ ਉਹਦੀ ਹੋਂਦ ਕਾਇਮ ਰਹਿੰਦੀ ਹੈ। ਪਰ ਸਾਧ ਸੰਗਤ ਜੀ ਉਹਨੂੰ ਪ੍ਰਗਟ ਭਗਤ ਨੇ ਕੀਤਾ ਹੈ। ਬਾਣੀ ਵਿੱਚ ਸ਼ਬਦ ਆਉਂਦਾ ਹੈ, ਜਿਨ ਕੀਤੋ ਸੌਤ ਬਿਧਾਤਾ। ਸੌਤ ਮੈਨੇ ਹੁੰਦਾ ਔਲਾਦ ਵਾਲਾ, ਤੇ ਔਤ ਮੈਨੇ ਹੁੰਦਾ ਜਿਹਦੀ ਔਲਾਦ ਨਾ ਹੋਵੇ। ਭਗਤ ਕਹਿੰਦੇ ਨੇ ਅਸੀਂ
ਤੈਨੂੰ ਪੁੱਤਰਾਂ ਵਾਲਾ ਬਣਾ ਦਿੱਤਾ ਹੈ। ਲੋਕ ਕਹਿੰਦੇ ਨੇ ਪਰਮਾਤਮਾ ਦਾ ਪੁੱਤਰ ਹੈ, ਗੁਰੂ ਦਾ ਪੁੱਤਰ ਹੈ। ਸਿੱਖੀ ਪ੍ਰਗਟ ਹੁੰਦੀ ਹੈ ਸਿੱਖਾਂ ਦੇ ਵਿੱਚੋਂ, ਗੁਰੂ ਨੇ ਸਿੱਖੀ ਦੇਣੀ ਹੈ। ਬੀਜ ਪ੍ਰਗਟ ਹੋਣਾ ਹੈ ਜ਼ਮੀਨ ਦੇ ਵਿੱਚੋਂ, ਬੀਜ ਦੇਣ ਵਾਲੇ ਨੇ ਬੀਜ ਦੇ ਦੇਣਾ ਹੈ। ਇਸ ਕਰਕੇ ਨਾਮ ਨੂੰ, ਸਿਮਰਨ ਨੂੰ, ਬੰਦਗੀ ਨੂੰ, ਸਿੱਖੀ ਨੂੰ ਬੀਜ ਕਿਹਾ ਹੈ। ਬੀਜ ਮੰਤਰ ਆਪਾਂ ਜਿਹੜਾ ਜਪਣੇ ਆ ਨਾ, ਇਹਨੂੰ ਬੀਜ ਮੰਤਰ ਕਹਿੰਦੇ ਨੇ। ਬੀਜ ਦਾ ਮਤਲਬ ਕੀ ਹੈ? ਬੀਜ ਤਾਂ ਲਾਭਦਾਇਕ ਹੈ ਜੇ ਬੀਜਿਆ ਜਾਏ, ਨਾ ਬੀਜਿਆ ਜਾਏ ਤੇ ਹਵਾ ਤੇ ਧੁੱਪ ਨਾਲ ਸੁੱਕ ਜਾਣਾ। ਅਸੀਂ ਹੁਣ ਅੱਜ ਕੀਰਤਨ ਹੋਇਆ ਹੈ, ਕਥਾ ਹੋਣੀ ਹੈ, ਹੋ ਰਹੀ ਹੈ, ਕਈ ਵਾਰੀ ਹੋਈ ਹੈ। ਸਵੇਰੇ ਫਿਰ ਤੁਸੀਂ ਮੰਜੀ ਸਾਹਿਬ ਤੋਂ ਸੁਣ ਲੈਣੀ। ਇਹ ਤਾਂ ਬੀਜ ਹੈ। ਬੀਜ ਦੀ ਤੇ ਵਰਖਾ ਹੋ ਰਹੀ ਹੈ ਰੋਜ਼। ਗੁਰੂ ਸਾਹਿਬ ਤਾਂ ਰੋਜ਼ ਬੀਜ ਦੀ ਵਰਖਾ ਕਰ ਰਹੇ ਨੇ। ਪਰ ਜੇ ਅੱਗੇ ਹੀ ਘਾਹ ਉੱਗਿਆ ਹੋਵੇ ਤੇ ਸਾਧ ਸੰਗਤ ਜੀ ਬੀਜ ਉੱਗੇਗਾ ਕਿੱਥੇ? ਸਿੱਖ ਦੇ ਹਿਰਦੇ ਦੀ ਜ਼ਮੀਨ ਤੇ ਚਾਹੀਦੀ ਹੈ ਨਾ, ਜਿਹਦੇ ਵਿੱਚ ਬੀਜ ਨੇ ਉੱਗਣਾ। ਤੇ ਉਸ ਜ਼ਮੀਨ ਦਾ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਹਵਾਲਾ ਦਿੱਤਾ ਹੈ ਵੀ ਸਿੱਖ ਦੇ ਜੀਵਨ ਦੀ ਜ਼ਮੀਨ, ਉਹਦਾ ਬੇਸ ਕਿਵੇਂ ਦਾ ਚਾਹੀਦਾ, ਤਾਂ ਨਾਮ ਉੱਗੇਗਾ, ਤਾਂ ਬੰਦਗੀ ਉੱਗੇਗੀ। ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਥੋੜਾ ਜਿਹਾ ਇਸ ਗੱਲ ਨੂੰ ਸਮਝਣ ਵਾਸਤੇ ਬੜਾ ਸਹਾਇਕ ਹੋਵੇਗਾ। ਮਹਾਰਾਜ ਕਹਿੰਦੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਭਾਉ ਕਰਮ ਕਰ ਉਗਸੀ ਸੇ ਕਰ ਪਾਗਠ ਦੇ। ਸਿੱਖੀ ਨੇ ਉੱਗਣਾ ਕਿਵੇਂ? ਮਨ ਵਿੱਚ ਵਿਚਾਰ ਜ਼ਰੂਰ ਸੁਣਿਆ ਕਰੋ। ਚੰਗੀ ਗੱਲ ਹੈ ਤੁਸੀਂ ਜਕਾਰੇ ਬੁਲਾ ਰਹੇ ਸੀ, ਬੜੀ ਚੰਗੀ ਗੱਲ ਹੈ। ਪਰ ਜੇ ਕੋ ਉੱਠ ਕੇ ਪੁੱਛ ਲੈ ਵੀ ਜਿਸ ਸ਼ਬਦ ਦੇ ਪਿੱਛੇ ਤੁਸੀਂ ਜਕਾਰਾ ਛਡਾਇਆ ਉਹ ਸ਼ਬਦ ਕਿਹੜਾ ਹੈ, ਭਾਵੇਂ ਸੁਣੇ ਹੀ ਨਾ ਹੋਵੇ। ਮੈਂ ਨਹੀਂ ਕਹਿ ਰਿਹਾ ਵੀ ਜਕਾਰਾ ਨਾ ਬੁਲਾਓ, ਬੁਲਾਓ ਵੀ ਤੇ ਸੁਣੋ ਵੀ। ਸੁਣਨ ਦੀ ਮਹਿਮਾ ਬੜੀ ਵੱਡੀ ਹੈ। ਬੋਲਣ ਦੀ ਗੱਲ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਬਾਅਦ ਵਿੱਚ ਕੀਤੀ ਹੈ, ਪਹਿਲਾਂ ਸੁਣਨ ਦੀ ਕੀਤੀ ਹੈ। 4 ਪੌੜੀਆਂ ਸੁਣਨ ਦੀਆਂ ਨੇ, ਤੇ ਸੁਣਦੇ ਕੰਨ ਨਹੀਂ, ਸੁਣਦਾ ਧਿਆਨ ਹੈ। ਤੇ ਸੁਣਦਾ ਧਿਆਨ ਤਾਂ ਹੈ ਜੇ ਧਿਆਨ ਕੰਨਾਂ ਵਿੱਚ ਹੋਵੇਗਾ, ਤੇ ਜੇ ਧਿਆਨ ਅੱਖਾਂ ਵਿੱਚ ਹੋਵੇਗਾ ਕਦੀ ਨਹੀਂ ਸੁਣ ਸਕਦਾ। ਕੰਨਾਂ ਦੇ ਵਿੱਚ ਧਿਆਨ ਹੋਏਗਾ, ਸੁਰਤੀ ਕੰਨਾਂ ਦੇ ਵਿੱਚ ਹੋਏਗੀ। ਤੇ ਗੁਰੂ ਵਿੱਚ ਇਹ ਸਮਰੱਥਾ ਹੈ, ਗੁਰੂ ਵਿੱਚ ਇਹ ਕਿਰਪਾ ਹੈ ਕਿ ਉਹ ਸਾਨੂੰ ਕੰਨ ਦਿੰਦਾ ਹੈ, ਸਾਨੂੰ ਜ਼ੁਬਾਨ ਦਿੰਦਾ ਹੈ, ਜਿਹਦੇ ਨਾਲ ਰੱਬ ਦੀ ਗੱਲ ਕੀਤੀ ਜਾ ਸਕਦੀ, ਰੱਬ ਦਾ ਨਾਮ ਜਪਿਆ ਜਾ ਸਕਦਾ ਹੈ। ਇਸ ਸੰਸਾਰਕ ਜ਼ੁਬਾਨ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਇਹਨਾਂ ਸੰਸਾਰਕ ਕੰਨਾਂ ਦੇ ਨਾਲ ਗੁਰੂ ਦੀ ਗੱਲ ਨਹੀਂ ਸੁਣੀ ਜਾ ਸਕਦੀ। ਤਾਂ ਮੈਂ ਵਿਸ਼ੇ ਤੇ ਰਹਾਂਗਾ, ਕਿਵੇਂ ਉੱਗੇਗਾ ਸਾਡੇ ਜੀਵਨ ਦੇ ਵਿੱਚ ਗੁਰੂ ਦੇ ਸ਼ਬਦ ਦਾ ਰੁੱਖ ਇੱਕ ਉੱਗਣਾ ਹੈ। ਤੇ ਸਾਧ ਸੰਗਤ ਜੀ, ਪਹਿਲਾਂ ਉਹਦੀ ਜੜ ਠੀਕ ਹੋਣੀ ਚਾਹੀਦੀ ਹੈ। ਜੜ ਉਹਦੀ ਗਲੇ ਤੋਂ ਥੱਲੇ ਹੈ, ਤੇ ਫੁੱਲ ਉਹ ਉੱਗਣਾ ਹੈ ਮਨੁੱਖ ਦੇ ਬੁੱਧੀ ਦੇ ਵਿੱਚ। ਬੁੱਧੀ ਵਿੱਚ ਪ੍ਰਕਾਸ਼ ਹੋਣਾ ਹੈ ਉਹਦੇ। ਉਹਨੂੰ ਦਸਮ ਦੁਆਰਾ ਵੀ ਕਹਿੰਦੇ ਨੇ, ਉਹਨੂੰ ਬੁੱਧ ਪ੍ਰਕਾਸ਼ ਵੀ ਕਹਿੰਦੇ ਨੇ, ਉਹਨੂੰ ਵਿਵੇਕ ਬੁੱਧੀ ਵੀ ਕਹਿੰਦੇ ਨੇ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਮਨ ਹਾਲੀ, ਮਨ ਨੂੰ ਹਾਲੀ ਬਣਾ ਪਹਿਲਾਂ ਸਭ ਤੋਂ ਆਪਣੇ ਜੀਵਨ ਦੇ ਵਿੱਚ ਨਾਮ ਬੀਜਣ ਵਾਸਤੇ, ਤਾਂ ਕਿ ਉਹ ਦਾਣੇ ਤੇਰੇ ਕੋਲ ਹੋਣ ਜਿਹੜੇ ਸਰੀਰ ਛੱਡਣ ਤੋਂ ਬਾਅਦ ਵੀ ਤੂੰ ਖਾ ਸਕਦਾ, ਫਿਰ ਭੁੱਖਾ ਨਹੀਂ ਰਹੇਗਾ। ਨਹੀਂ ਤੇ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ, ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਆਵਾਜ਼ ਕਦੇ ਇੱਕੋ ਥਾਂ ਤੇ ਰਹਿਣ ਦੇ, ਕਿਉਂਕਿ ਗੱਲ ਸਮਝ ਆਉਣ ਦੀ ਗੱਲ ਹੈ। ਗੱਲ ਇਹ ਨਹੀਂ ਵੀ ਬੜੀ ਆਵਾਜ਼ ਗੂੰਜਦੀ ਹੋਵੇ। ਮੈਨੂੰ ਕਹਿਣਾ ਪੈਂਦਾ ਸਪੀਕਰ ਵਾਲਿਆਂ ਨੂੰ ਕਈ ਵਾਰੀ ਬਈ ਆਵਾਜ਼ ਓਨੀ ਰਹਿਣ ਦਿਓ ਜਿੰਨੀ ਸਮਝ ਆਵੇ, ਤੇ ਕਦੀ ਘੱਟ ਤੇ ਕਦੀ ਵੱਧ ਇਸ ਤਰ੍ਹਾਂ ਨਾ ਕਰੋ। ਚੁੱਪ ਕਰਕੇ ਬੈਠ ਜਾਓ, ਇੱਕੋ ਥਾਂ ਤੇ ਟਿਕੀ ਰਹਿਣ।
ये चीज़ां हुंदियां ने गाउण वालियां दियां, जिन्हां खाड़ा लाया हुंदा, कदी उन्होंने हांगरे मारने हुंदे ने, कदी उन्होंने हौली बोलना, कदी उच्ची बोलना। आपां गल करनी है ते गल समझनी है, इहदे वास्ते आवाज़ घटाउण वधाउण दी कोई लोड़ नहीं है। महाराज कहते पहला मन नूं हाज़र कर, मन हाज़र होएगा ते हाली आ गया। हाली का मतलब है जमीन वाहण वाला। पहला हल वाहण वाले हुंदे सी, हुण तां ट्रैक्टर आ गए। हाली जिमीदार होवेगा तो जमीन तां ही वाहेगा ना, जिमीदार होएगा तो जमीन तां ही वाहेगा। मन हाली किरसानी करनी, कादी किरसानी करनी है, कादी जमीन वाहनी है, करनी। करनी का मतलब भी जिहड़ी गल आपां इत्थे करने आ उहनूं हुण एक दिन संगरांद आई, संगरांद वाले दिन गल सुन लई ते पिछले 29 दिन उन्होंने कीता भी है कि नहीं जीवन दे विच। जो सुनिया है, सुनिया मन्निया, मन कीता भाव उन्होंने मन्निया भी है, जां वो एक सुनन सुनाउण दी एक गल बन गई। उन्होंने मन्निया नहीं जीवन दे विच, उगेगा किवें जे मन्नांगे तो सब तो पहला मन हाली ते फिर किरसानी करनी। करनी मैंने चंगे अमल। आ बगदाद दे विच गुरु साहब तो पूछया सी रुकनदीन काजी ने कि मजहब की विशेषता, मजहब की एक छोटी जी गल दसो कि मजहब विच विकास किवें हो सकता है, परमात्मा दे घर वल किवें असी सफल हो सकने जाण दे विच। ते गुरु साहब ने कहा सी अमल, अमल शब्द वरत्या सी। बाबा आखे हाजियां शुभ अमलों बाजों दोनों रोई। ये अमल शब्द है ना, जिहड़ा अमल, इहदा की मतलब होया अमल। मैं पिछे जी एक साध संगत जी चैनल कुछ बोल के देना सी, ऐड देनी सी, ते उहदे थल्ले लिख दे ਉਹਦੇ ਵਿੱਚ एक क्लिप उन्होंने पा दिता ते ਉਹਦੇ ਵਿੱਚ गुरु ग्रंथ साहिब जी की व्याख्या मैं की हुई सी कि नाम का अमल, नाम की शराब। उन्हें वापस भेज दिता, कहते ये तो रौला पै जाना, सिखा ने डांगा लैके साडे कैमरे तोड़ देने, सिखा ने कैमरे तोड़ देने ने साडे। मैं कहा भी की गल कहते भी शराब का नशे का ना है, अमल का ना है। तो मैं क्या धर्म है अमल। गुरु साहब ने उदाहरण दी है, नहीं भी अमल खाओ तुसी। उन्होंने कहा भी अमल तां कम देंदा है, हाथ ते रखी रखो ते कम नहीं देंदा, हाथ ते तुसी अमल नूं रखो ते कम नहीं देंदा। उन्होंने अपनी जीव ते रख के अंदर लंघाओगे, अंदर लैके जाओगे तो अमल ने तां शरीर ते असर करना। इसे तरह ही धर्म है। धर्म नूं तुसी बोली जाओ, धर्म दियां कवितावां, धर्म दे बड़े बड़े समागम, धर्म दियां गल्लां, किताबां, कई कुछ, ये एक सिर्फ तुसी उपराला कीता है। अजे धर्म नूं महाराज कहते जे को खावे जे को पुंचै तिसका होए उदारो। हुण खा के अंदर जाएगा तो ताकत तां बननी है, मूँह दे राही खावांगे, कन्नां दे राही सुन के अंदर लैके जावांगे कि नहीं तो फिर साध संगत जी नाराज ना होना। आसा दी वार गुरु साहब ने पक्की तां ही कीती सी कि दुनिया ये कम करदी फिरदी है, दुनिया ये कम करदी फिरदी है। वैन चेले नचण गुर, बस लोर जिहा आई रहिंदा, साज बड़े वजदे ने, स्वाद मारो मार। उत्थे की होया इहदा कोई पता नहीं। वैन चेले नचण गुर, पैर हलायण फेरन सिर, उड उड रावा झाटै पाए, वेखै लोक हसै घर जाए।
रोटियां कारण पूरै ताल, आप पछाड़ै धरती नाल। गावण गोपियां, गावण कान, गावण सीता राजे राम। पुराने अवतारां दीयां कथा सुनाउणियां, पुराने अवतारां दीयां गल्लां सुनाई जाणियां। चंगी गल है, तवारीख, इतिहास, इतिहास माड़ा नहीं। पर किते ये ना होवे कि साडे जिवें असीं टाइम पास करना होवे भी ऐतवारे चलो अज फिल्म ही वेख आओ जाके, टाइम पास चंगा हो जाएगा। चलो अज का दिन कोई इतिहास ही सुन लेने, सुन के जीवन दे विच भी कमाया, उन्होंने अमल कहते हैं, अमल। इसलिए गुरु नानक देव जी ने रुकन देन नूं कहा, मजहब दीयां गल्लां दुनिया विच बहुत, संसार विच बड़ियां ने, जिन्ना चिर अमल नहीं उन्ना चिर भाई गुरदास साहब जी कहते ने, पूछत पथक ताहे मार्ग ना धारै, पग प्रीतम के देश कैसे बातन से जाई है। तुरदा है नहीं पुछी जाता है, तुरदा है नहीं पढ़ी जाता है। पूछत है वैद खात औखद ना संजम से, वैद नूं पुछदा है भी रोग किवें हटेगा, ते मर्यादा दे नाल दवाई परहेज रख के नहीं खांदा। वो कहता है भी ये, वो कहता मिठा बंद कर, ते कई तो यह कहते कोई गल नहीं, शुगर दियां गोलियां काहदे वास्ते निकलियां ने, जलेब ही बंद करने ने, ते रज के खाओ तो पिछों दवाई खाओ, रज के झूठ बोलो तो फिर गुरुद्वारे जाओ। हुण गल इधर दी चल पई थोड़ी जी, कथा का काम इस तरह से हुंदा साध संगत, जिहड़े पासे नूं काम चल जाए। क्योंकि साध संगत जी ये गल तां करनी पैनी भी हौली हौली सिख धर्म भी उही रूप धारदा जा रहा, जिन्हां धर्मां दा गुरु साहब ने जिन्हां मेलियां पखंडां दा विरोध कीता सी, असीं भी कुछ को नूं छड्ड के बाकी दा उही काम बनदा जा रहा। भाई गुरदास साहब सिੱਖੀ दे वेद व्यास विद्वान कहंदे ने कि पुछदा वैद नूं ते खांदा नहीं, ते फिर कैसे मिटे रोग सुख सहज समाइए, रोग किवें मिटेगा। तो फिर मरीज अजकल डॉक्टरों तो सियाणे ने, ते सिख अजकल गुरु तो सियाणे ने। साध संगत जी तरीका लभ लेंदे ने, गुरु भावें रोके भी पिया, जुगत लभ लेंदे ने, तरीका लभ लेंदे। मैं इन्ने करोड़ गुरु नूं दिता है, ये नहीं पता भी उहदे विचों टैक्स कितना बचा लिया, विचों होर कई कुछ कर लिया। वो जिवें तुसीं सुनिया होवेगा ना, कहानियां समझण वास्ते हुंदियां ने भी एक बंदे दा रोग नहीं सी हटदा, ते बड़ा सियाणा वैद आया जिहदी दवाई अचूक सी। कदी उहदी दवाई किस खा के कोई बंदा ये नहीं सी कह सकदा भी मैं ठीक नहीं होया। घर वाली ने सोचा भी इहनूं उत्थे लै के जानी, वो घर वाली लैके चली गई। उन्हें वेख्या, कहते जी ठीक तो हो जाओगे, पर परहेज ये दवाई दे नाल करना पैंदा है। थोड़े जे भारे सी, तगड़े सी, कहते भी थोड़ी जी कृपा करो भी प्रशादे किन्ने कुछ छकदे हो घट करो, थोड़ा जिहा दवाई नूं काम करन दा टाइम दिओ, तां ही दवाई काम करेगी ना। वो कहते जी प्रशादे किन्ने, कहते प्रशादे तो छकीदे ने 4-5 एक टाइम, तो 3-4 वारी छक लईदे ने, मतलब 15-20 हो जाते हैं। वो कहते नहीं, कहते एक एक प्रशादा 3 टाइम छकना है, घट करनी है खुराक, तो तां दवाई काम करेगी। वो डॉक्टर कहता जी कोई गल नहीं है, कोई गल। मरीज सी बड़ा सियाणा, मैं गल करना भी सिख गुरु तो सियाणे हो गए ने अजकल, वो तरीके लभ लेंदे ने। घर गए तो घर वाली नूं पता सी भी ये खाण पीण दे सरदार जी शकीन ने, तो किवें छड्डणगे। उन्हें कहा एक एक, तो ये छकदे सी 5-5 एक टाइम, ये छकदे सी 15, तो उन्हें 3 कर दित्तियां ने, तो काम किवें चलेगा। तो वो बेचारी चुप जी कर रही, तो जदों सवेरे आटा गुन्नण लगी ना, थोड़ा जिहा उन्हें आटा पाया भी अज तां हुण एक एक ही खाणियां ना। ते साध संगत जी वो कहता भागवान ने की गल परात में आटा थोड़ा है। वो कहते जी वैद साहब ने कहा भी एक एक प्रशादा 3 टाइम खाना है।
ਕਹਿੰਦੇ ਤੂੰ ਫਿਕਰ ਨਾ ਕਰ, ਆਟਾ ਉਨਾ ਹੀ ਗੁੰਨ, ਮੈਂ ਤੈਨੂੰ ਤਰੀਕਾ ਦੱਸ ਦਿਆਂਗਾ, ਫਿਕਰ ਨਾ ਕਰ। ਹੁਕਮ ਮੰਨਿਆ ਉਹਨੇ, ਆਟਾ ਉਨਾ ਹੀ ਗੁੰਨ ਲਿਆ। ਉਹਨੇ ਕਿਹਾ ਜੀ ਹੁਣ ਦੱਸੋ ਪਕਾਉਣ ਲੱਗਿਆ। ਕਹਿੰਦੇ ਉਹਨਾਂ ਇੱਕ ਕਿਹਾ ਨਾ ਹਕੀਮ ਸਾਹਿਬ ਨੇ, ਇੱਕ ਪ੍ਰਸ਼ਾਦਾ, ਕਹਿੰਦੇ ਹਾਂ। ਅੱਗੇ ਮੈਂ ਛਕਦਾ ਸੀ 5, ਕਹਿੰਦੇ 5 ਦਾ ਆਟਾ ਇੱਕ ਨੂੰ ਲਾ ਦੇ। ਤਰੀਕਾ ਲੱਭ ਲਿਆ। ਅੱਜ ਕੱਲ ਤਰੀਕੇ ਬੜੇ ਨੇ ਬੰਦੇ ਕੋਲ, ਗੁਰੂ ਕੋਲੋਂ ਹਾਂ ਮਿਲੇ ਕੁਝ ਨਾ ਮਿਲੇ ਫਿਰ ਉਹ ਪ੍ਰਾਪਤੀ ਨਹੀਂ ਹੁੰਦੀ। ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ, पूछत सुहागण है कर्म दुहागण के, कैसे बहु नायक की नायका कहाइए। गाय सुने आंखें मीचे पाइए, ना परम पद गुर उपदेश गह जौलो ना कमाइए। जिन्ना चिर गुरु का उपदेश नहीं कमाते। मैं एक विषा थोड़ा जिहा पासे नूं लैके चला गया सी। मैं एक गल तुहाडे नाल कर रहा सी भी गुरु जोत जिहड़ी है किते 70-72 साल की उम्र विच गुरु अमरदास जी के रूप विच, ते किते साध संगत जी गुरु जोत 5-5.5 साल की उम्र विच। ते एक विषा मैं अमल का लिया सी। जदों कथा सुनीए फिर इस तरह 2-2 3-3 विषे इकट्ठे शुरू हो जाते हैं, तां फिर अखीर नूं आपां नूं इकट्ठे करने पैंदे जदों घड़ी नेड़े आ जाती। ते तुसीं तवज्जो देना भी पिछला भुल ना जाना भी अगली गल कीता ते पिछला छुट गया। एक अमल की गल करते महाराज कहते नाम का बूटा उगाउणा है ते ओदे वास्ते मन हाली, मन सौंप गुरु नूं सब तो पहला। ते हाली दे विच एक गुण हुंदा सी, हुण ते हाली रह ही नहीं। हाली दे विच गुण हुंदा सी भी पहला लोकी हल 2 वजे सवेरे जोंदे सी। कुछ बजुर्ग विच होणगे जिन्हां ने हुण तां हुण वालियां नूं पुछो उन्हां नूं ते हल दा पता भी नहीं होना हल हुंदा की है। गुरु ग्रंथ साहिब विच ਜਿਹੜੀਆਂ ਚੀਜ਼ਾਂ ਆਈਆਂ ਨੇ ਕਈ ਹੁਣ ਵਰਤੋਂ ਵਿੱਚ ਨਹੀਂ ਰਹੀਆਂ। ਮਧਾਣੀ ਦੀ ਗੱਲ ਆਈ ਹੈ, ਹਲ ਦੀ ਗੱਲ ਆਈ ਹੈ। ਉਹਦਾ ਮਤਲਬ ਇਹ ਹੈ ਵੀ ਇੰਨਾ ਉਦਮੀ ਹੋਣਾ ਚਾਹੀਦਾ ਨਾਮ ਜਪਣ ਵਾਲਾ, ਜਿਵੇਂ ਹਾਲੀ ਸਵੇਰੇ 2 ਵਜੇ ਉੱਠ ਕੇ ਜੋਂਦਾ, ਇੰਨਾ ਸਵੇਰੇ ਅੰਮ੍ਰਿਤ ਵੇਲੇ ਉਦਮ ਵਾਲਾ ਹੋਵੇ, ਆਲਸੀ ਨਾ ਹੋਵੇ, ਦਲਿਦਰੀ ਨਾ ਹੋਵੇ। ਤਾਂ ਪਹਿਲੀ ਗੱਲ ਜਿਹੜੀ ਹੈ ਮਨ ਨੂੰ गुरु के चरणों दे विच सौंप देना। मन सौंपना ते मन का अर्थ है भी शरीर सौंप देना। जदों मन सौंपया शरीर नाल जुड़िया होया, शरीर आपे सौंप देना। साध संगत जी तुसी जिस स्थान ते बैठे हो ये बड़ा भागां वाला स्थान है। इत्थे गुरु की शक्ति ने प्रगट हो के दस्या भी गुरु कोल कितनी पावर होंदी है। गुरु वो काम करा सकता जो मनुखी बुद्धि विच मनुख सोच भी नहीं सकता। जिवें बाणी विच आउंदा है ना कि पिंगल पर्बत पार परे खल चतुर्भ कीता। पिंगला पहाड़ नूं पार कर सकता है। एक मूर्ख बंदा जिन्हों कोई गल नहीं सी आउंदी वो चतुर वक्ता बन जाता है गुरु की कृपा दे नाल। पर कदों जदों मन सौंपिया। आप जिथे बैठे हो साखी तुसी आए साल सुनते होवोगे क्योंकि स्थान नाल संबंधित सारे बुलारे सुनाउंदे ने भी गुरु हरकिशन साहब आउंदे ने। इत्थों दा पंडित लाल चंद जिहड़ा बड़ा भारी विद्वान सी, गीता दा बड़ा भारी विद्वान सी, वो बड़ी संगत इकट्ठी हुई क्योंकि गुरु जोत नूं प्यार करदी संगत। उन्होंने पता लगा 8वें पातशाह सतगुरु जी आए ने तो पंडित जी आ गए। पंडित जी को विद्या सी ते साध संगत जी जिन्ने हंकार ने उन्हां सारे हंकारां विचों विद्या दा हंकार एक बहुत वड्डा हंकार है जिहड़ा मनुख नूं ग्रस लैंदा अपने विच। वो पंडित जी आए ते कहन लगे जी कौन ने इत्थे? कहंदे गुरु। कहंदे गुरु 5.5-6 साल की उम्र ते गुरु किवें बन गए? ते गुरु हरकिशन साहब कहंदे ने पंडित जी बैठ जाओ, की गल? कहंदे गुरु ते तां बने ना जे भी कोई 5-7-10-20 साल पढ़े, सारियां व्याकरणा पढ़े, 9 प्रकार की व्याकरण है, फिर होर वेद
ग्रंथ इत्यादक सारे पढ़ेगा, उन्होंने समझ आएगी, तो समझ आएगी तो फिर गल्लां सुनाएगा अगे लोगों को, तो गुरु तां ही बनूगा ना। महाराज कहते पंडित जी विद्या बड़ी चंगी चीज़ है, पढ़ना बड़ी चंगी चीज़ है, पर तुहानू अजे धर्म, मैनू तुहाडे ते तरस आउंदा, तुहानू धर्म की समझ नहीं आई। संसार की विद्या, बुद्धि की विद्या, जिहड़ी गुरु का जिहड़ा रब का रस है इहदे तो पार जाके आउंदा है। वो कहंदा वो किहड़ा रस हुंदा है, ये पढ़िया लिखिया नाले वापरदा है। अज हुण बड़िया नाल वापर रहा है, हुण वापर रहा इसे टाइम, कथा सुन के भी कई नाल वापर रहा है भी ये किवें दी गल होई, विद्या तो बिना की बनेगा, मैं तो कोर्स कीता सी, फिर उहदा की करांगे। कोर्स करो जी सदके करो, पर इन्हां कोर्सां दे नाल रब वस विच आउण वाला नहीं है। इहदे नाल अपनी नॉलेज वधदी है। जिहड़ी बौद्धिक विद्या है वो सिर्फ मनुख नूं इह दसदी है कि तू गलत जा रहा है, हनेरे विच जा रहा है, उन्होंने अपनी गलती दसदी है, होर कुछ भी नहीं है। बेस तो है। तो पंडित जी कहते भी उम्र अजे 5.5 साल की, गुरु कित्थों बन गए, ना पाठशाला गए, ना स्कूल गए, ना यूनीवर्सिटी गए, ना कोर्स किया। हुण इत्थे गल तुसीं समझना, ये गल पढ़े लिखे बंदे दे समझ विच नहीं आएगी कि गुरु केवल बुद्धि तक सीमित नहीं, गुरु केवल शरीर तक सीमित नहीं, गुरु आत्मा दे तल ते जोत नूं कहिंदे ने। गुरु बिना कुछ बोलण तो भी सिख दे अंदर वो नाम की दात बिठा सकता है, और गुरु ने बिठाया। मैं तो जदों इस तरह दियां, जदों उन्हें पंडित ने कहा तो कहंदा तुहाडा नाम श्री हरकृष्ण साहब है, तो कृष्ण जी ने गीता उचारी है, उहदे अर्थ करोगे। तो गुरु जोत, गुरु नानक साहब जी की जोत, पंडित ते तरस आउंदा है उन्हां नूं भी किवें विचारा विद्या दे विच एक घिरिया होया, फसिया होया। सतगुरां ने कहा पंडित जी जे मैं कुछ सुना दिता तो फिर तुसां कहना कोई ना कोई करामात विखा दी है, जाओ कोई बंदा लै आओ इथों फड़ के, उहदे तो अर्थ करा देंगे। पंडित जी गए, तो पंडित जी बड़े सियाणे हुंदे ने, तो पंडित जी कोई गुंजाइश नहीं रखते भी किते हार ना जाइए। पंडित का इक्को ही जोर लगा रहिंदा भी वो जिते, वो अगे लंघे, दूजिआं नूं पिछे छड्डे, वो ऐस दुख का मारिया रहिंदा अठे पैर। पंडित जी बड़े सियाणे सन। पंडित जी ने 2-4 बंदे वेखे चंगे भले, पर अंदरों आवाज़ आई पंडित जी दे भी नहीं हो सकता इन्हां बंदियां ने किते भुल भुलेखे गीता पढ़ी होवे ते अर्थ कर देण, ते आपां ते फिर हार गए। ये पंडितां दी चलाकी ने बड़ा नुकसान किया है। इस देश का नुकसान एक पंडित की चलाकी ने किया। जिथे अज तुसीं भारत विच रहिंदे हो, जिन्ने नुकसान हो रहे हैं उसका जिम्मेवार एक पंडित है। पंडित जी गए, 2-4 साध संगत जी बंदे वेखे चंगे भले, नहीं मन टिकिया। अगे होर निकलिया ते एक छज्जू झीवर, इस जात का झीवर जात का सी छज्जू, उन्होंने फड़िया बांह तो। क्यों? उन्होंने सुनता भी नहीं सी ते बोलता भी थोड़ा बड़ा घट ही सी। दोवें गल्लां कहंदा भी आह बंदा लैके जाने आ भी जे इनू गीता सुनाई तो पहली गल तो तो सुनिया नहीं जाना, जे कोई अखर सुने गया तो बोले नहीं जाना। ਉਹਦੀ ਬਾਂਹ फड़ के गुरु साहब के सामने लिया के खड़ा कर दिता। महाराज ने वेख्या भी पंडित जी बड़े सियाणे ने, भी बंदा ही इस तरह का लै आंदा जिहड़ा ना सुने तो ना बोले। सतगुरु ने कहा पंडित जी पढ़ो गीता। तो गीता जी कृष्ण जी ने लिखी है, गीता कई प्रकार की है। एक कृष्ण की गीता है, एक अष्टावक्र की गीता है। अष्टावक्र की गीता इस दुनिया के गिने चुने लोगों के पढ़न वास्ते है, आम आदमी के पढ़न वास्ते वो नहीं है, क्योंकि वो ज्ञान की हद है। अष्टावक्र की गीता जी, अष्टावक्र बहुत बड़ा साधक होया, इस करके उस गीता का इस दुनिया में प्रचार नहीं होया। अष्टावक्र की गीता का दूजी गीता सारे जानते हैं, आत्मा अमर है,
जीव अमर है बस। तू निडर हो, तेरे तो कौन कुछ खो सकता है, तेरे तो कौन कुछ लै सकता है। बस आ सीधियां जिहियां गल्लां ने, ये प्रचलित हो गया, वीवर वध गए, TRP वध गई। कृष्ण की TRP बहुत है, अष्टावक्र की TRP नहीं होएगी, क्योंकि उन्हें जिन्ना ज्ञान दिता है वो इन्ना ज्ञान निचोड़ के दिता है कि वो हर एक बंदे की समझ विच भी नहीं आता। पर उस ज्ञान तो बिना मनुख का खेड़ा नहीं छुटता जो अष्टावक्र ने दिता है। जे तुसी किसी पंडित नूं जानदे हो तो उन्होंने कहना भी सानू अष्टावक्र की गीता सुनाओ, वो नेड़े नहीं जाएगा। वो पहली गल तो पढ़नी औखी है, दूजी गल जे उन्होंने बहुता ध्यान नाल पढ़ लिया तो बंदे दे विच सच प्रगट हो सकता है, सच प्रगट हो सकता है, अष्टावक्र वाला सच। जिवें अष्टावक्र ने, चलो इधर नूं मैं समा वेख के चल रहा, जिवें अष्टावक्र ने भरी सभा दे विच सच कह दिता सी, जनक नूं कह दिता सी, इन्हां लोकां तो कित्थों ज्ञान भालना है। ये तो चमड़ा वेख के फैसला करते हैं बंदे का रंग किवें दा है। इन्हां नूं बंदे दे अंदर दा ते पता नहीं अंदर की हुंदा है। वो अष्टावक्र की गीता, चलो अलग तो विषय मैं इहनूं छेड़ांगा नहीं, नहीं तो बहुत समा इधर निकल जाएगा। सो वो कहन लगा भी गीता पढ़ो। गुरु साहब कहते पंडित जी तुसी गीता पढ़ो। उन्हें गीता पढ़ी तो इतिहास तो साडा कहता भी गुरु साहब के हथ में छड़ी सी, छड़ी महाराज रखते सी 8वें पातशाह। महाराज ने छड़ी जिहड़ी सी उस पंडित नूं ला दिती, साडे वाहिगुरू झीवर नूं, छज्जू झीवर नूं। उन्हें वो अर्थ कीते जो अज तक किसी विद्वान ने तो सुने नहीं सन। लाल चंद ने नवे अर्थ, एक शब्द सुन रहे सो रागी सिंघां तो शुरू दे विच मैं बाहरों सुनिया, जदों बाहरों गड्डी ते आ रहा, साहिब मेरा नीत नवा, नवा ज्ञान, ब्रह्म ज्ञानी दे विचों नवा ज्ञान पैदा हुंदा है। वो पढ़दा तां है, वो विद्या का सत्कार करदा है, पर वो आप ही विद्या बन जाता है। वो अंदर की किताब खुल जाती है, वो अंदरों बोलता है, वो किताब विचों नहीं बोलता। उस छज्जू झीवर ने अर्थ कर दिते गीता के अर्थ। पंडित हैरान, छड़ी लाई गुरु साहब ने। हुण इहदे उत्ते साडे सज्जन पुरुष जिहड़े साडे बहुत सारे पढ़े लिखे पिछले 10-15 सालों तो बहुत कुछ नवा ज्ञान दिता जिन्हां कौम नूं, ते पिछले 10-15 सालों तो कौम सब तो वध पतित हुई है। ये ध्यान रखना, इत्थों ही पता लग जाता है। एक कसवट्टी है कि जो पिछले 15 सालों में ज्ञान परोसिया गया है वो ज्ञान अधूरा है। जे वो पूरा हुंदा ते कौम सारी ने अमृतधारी हो जाना सी। पर अज असीं कहने भी कौम का 70% केस कटा गया है। कारण की है? हर एक चीज़ ते किंतु परंतु। छड़ी कित्थों लाई सी जी, छड़ी कित्थों लियांदी सी? इस तरह किवें हो सकता है? एक कहंदा है भी तुसी अपने, क्योंकि इन्हां कोल गल्लां इन्नियां, ज्यों निगुरा बहु बातां जाना है, वो हर दरगाह है भ्रष्टी। गल्लां फिट बहिंदियां ने बंदे दे लॉजिक के आधार पर। वो कहंदा अपने तुसीं फिर बच्चों नूं पढ़ाउण दी लोड़ कोई नहीं, उन्हां नूं तुसीं छड़ी लवा लो तो पास हो जाणगे। वो बई बेवकूफो, गुरु एक कला वरताउंदा है ये दसन वास्ते भी गुरु दे विच कुछ ताकत है। दुनिया तां मनदी है, ताकत तो बिना नहीं किसी नूं मन्निया जाता दुनिया दे विच। जे पावर ना विखाओ तो गुरु कोई जादूगर नहीं है कि वो सिखां नूं कहे भी तुसीं छड़ियां रखो तो पढ़न लिखन की कोई लोड़ नहीं। पर इत्थे गुरु ने अपनी कला ते शक्ति वरताई है, और एक थां ते नहीं वरताई, कई थावां ते वरताई है। गुरु की गल छड्ड दिओ, गुरु दे सिखां दे विच कला है, उन्हां सिखां ने भी कला विखाई है, वरताई है, वरतिया गुरु है। आ मैनू एक कथावाचक सिंह ने बड़ी वधिया गल सुनाई, थोड़ी उम्र दा सी, उन्हें एक गल पढ़ी तो मैनू सुनाई। वो कहंदा गल चली भी पावर शक्ति है कि नहीं, भी पंजा साहब नूं पंजा लगा कि नहीं, वो भी खंडन किया। वो कहंदा ज्ञानी जी गुरु की गल तो छड्डो, मैं एक पुस्तक पढ़ी है सबूतां समेत। वो मैं पढ़िया कि जदों पंजा साहब का मोर्चा लगा सी
ਤੇ ਗੱਡੀ ਦੇ ਵਿੱਚ ਕੈਦੀ ਭਰ ਕੇ ਆ ਰਹੇ ਸਨ। ਪੰਜਾ ਸਾਹਿਬ ਦਾ ਤੁਸੀਂ ਸਾਕਾ ਮਨਾਉਂਦੇ ਹੋ, ਤੇ ਲੰਗਰ ਲੈ ਕੇ ਆਈ ਸਿੱਖ ਸੰਗਤ ਤੇ ਕਿਹਾ ਉਹਨੂੰ ਵੀ ਗੱਡੀ ਰੋਕ ਦਿਓ। ਉਹਨਾਂ ਕਿਹਾ ਜੀ ਗੱਡੀ ਨਹੀਂ ਰੋਕਣੀ, ਤੇ ਸਿੰਘ ਅਰਦਾਸ ਕਰਕੇ ਗੱਡੀ ਦੇ ਅੱਗੇ ਲਾਈਨ ਤੇ ਬੈਠ ਗਏ। ਤੇ ਜਦੋਂ ਗੱਡੀ ਆਈ ਉਹਨਾਂ ਕਿਹਾ ਰੋਕਣਾ ਨਹੀਂ, ਨਹੀਂ ਤੇ ਟ੍ਰੇਨ ਜਿਹੜੀ ਹੈ ਜੇ ਆਪਣੀ ਪੂਰੀ ਸਪੀਡ ਤੇ ਆਵੇ ਤੇ ਬੰਦੇ ਦੀ ਕਿਹੜੀ ਗੱਲ ਆ, ਪਸ਼ੂ ਵੀ ਅੱਗੇ ਕੋਈ ਖੜਾ ਹੋਵੇ ਉਹਨੂੰ ਵੀ ਚੁੱਕ ਕੇ ਪਰਾਂ ਭਗਾਂਦੀ ਵੱਢ ਕੇ, ਉਹਦੀ ਤਾਕਤ ਥੋੜੀ ਹੁੰਦੀ ਹੈ। ਪਰ ਕੁਝ ਸਿੰਘ ਸ਼ਹੀਦ ਹੋਏ ਤੇ ਰੇਲ ਰੁਕ ਗਈ। ਹੁਣ ਕਈ ਕਹਿਣਗੇ ਵੀ ਡਰਾਈਵਰ ਨੇ ਬ੍ਰੇਕ ਲਾ ਦਿੱਤੀ ਹੈ। ਉਹ ਕਥਾਵਾਚਕ ਸਿੰਘ ਕਹਿੰਦਾ ਮੈਂ ਕਿਤਾਬ ਪੜ੍ਹੀ ਹੈ ਵੀ ਜਦੋਂ ਇਹ ਕੇਸ ਅਦਾਲਤ ਵਿੱਚ ਚੱਲਿਆ ਸੀ ਵੀ ਗੱਡੀ ਬ੍ਰੇਕ ਲਾਉਣ ਨਾਲ ਰੁਕੀ ਹੈ ਜਾਂ ਆਪਣੇ ਆਪ ਰੁਕੀ ਹੈ, ਉਹ ਕਹਿੰਦਾ ਗੱਡੀ ਨੂੰ ਡਰਾਈਵਰ ਨੇ ਕੋਈ ਬ੍ਰੇਕ ਨਹੀਂ ਲਾਈ। ਜਦੋਂ ਸਿੰਘ ਅੱਗੇ ਬੈਠ ਗਏ ਤੇ ਜਦੋਂ ਸਿੰਘਾਂ ਦੇ ਨਾਲ ਗੱਡੀ ਛੂਈ ਤੇ ਗੱਡੀ ਆਪਣੇ ਆਪ ਹੀ ਖਲੋ ਗਈ ਉਸ ਥਾਂ ਤੇ। ਇਹ ਤਾਂ ਸਿੱਖਾਂ ਦੇ ਵਿੱਚ ਬਰਕਤਾਂ ਨੇ, ਸਿੱਖਾਂ ਦੇ ਵਿੱਚ ਤਾਕਤਾਂ ਨੇ। ਉਸ ਸਬੂਤ ਦੇ ਵਿੱਚ ਡਾਕੂਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਬ੍ਰੇਕ ਨਾਲ ਗੱਡੀ ਨਹੀਂ ਖੜੀ ਹੋਈ, ਉਹ ਸਿੱਖਾਂ ਦੀ ਬਰਕਤ ਦੇ ਨਾਲ ਖਲੋ ਗਈ। ਤੇ ਇਹ ਹੁਣ ਵਿਚਾਰੇ ਗੁਰੂ ਦੇ ਉੱਤੇ ਸ਼ੰਕੇ ਕਰਦੇ ਨੇ ਵੀ ਗੁਰੂ ਦੀ ਸ਼ਕਤੀ ਛੜੀ ਨਾਲ ਕਿਵੇਂ ਉਹ ਅਰਥ ਕਰ ਸਕਦਾ ਗੀਤਾ ਦੇ। ਗੁਰੂ ਜੋ ਚਾਹੇ, ਗੁਰੂ ਦਾ ਮਤਲਬ ਹੀ ਇਹ ਹੈ, ਗੁਰੂ ਕੋਈ ਅਧਿਆਪਕ ਨਹੀਂ ਹੈ, ਕੋਈ ਟੀਚਰ ਨਹੀਂ ਹੈ। ਜੋ ਚਾਹੇ ਉਹ ਕਰ ਸਕਦਾ, ਜੋ ਚਾਹੇ ਉਹਦੀ ਮਰਜ਼ੀ। ਭਾਵੇਂ ਗੁਰੂ ਪਰਮਾਤਮਾ ਦੇ ਹੁਕਮ ਦੇ ਵਿੱਚ ਆਪ ਵੀ ਮਹਾਰਾਜ ਰਹੇ ਨੇ ਔਰ ਕਿਹਾ ਵੀ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕਈ ਕਹਿੰਦੇ ਨੇ ਫਿਰ ਗੁਰੂ ਨੇ ਤਤੀ ਤਵੀ ਠੰਡੀ ਨਹੀਂ ਕਰ ਦਿੱਤੀ। ਸਾਈਂ ਮੀਆਂ ਮੀਰ ਜੀ ਨੇ ਕਿਹਾ ਸੀ ਮਹਾਰਾਜ ਤੁਸੀਂ ਤਤੀ ਇਹ ਤਵੀ ਠੰਡੀ ਕਰ ਸਕਦੇ ਹੋ, ਕਿਉਂ ਨਹੀਂ ਕਰਦੇ? ਮਹਾਰਾਜ ਕਹਿੰਦੇ ਕਿ ਸਾਈਂ ਜੀ ਅਸੀਂ ਸੰਸਾਰ ਨੂੰ ਗਿਆਨ ਦਿੱਤਾ ਹੈ, ਗੁਰਬਾਣੀ ਦਾ ਗਿਆਨ ਦਿੱਤਾ ਹੈ, ਔਰ ਉਸ ਗੁਰਬਾਣੀ ਦੇ ਗਿਆਨ ਦੇ ਵਿੱਚ ਅਸੀਂ ਦੱਸਿਆ ਕਿ ਮਨੁੱਖ ਨੂੰ ਪਰਮਾਤਮਾ ਦੇ ਚਲਾਏ ਹੋਏ ਸਿਸਟਮ ਦੇ ਵਿੱਚ, ਨਿਯਮ ਦੇ ਵਿੱਚ ਚੱਲਣਾ ਚਾਹੀਦਾ, ਉਹਨੂੰ ਤੋੜਨਾ ਨਹੀਂ ਚਾਹੀਦਾ। ਤੇ ਅਸੀਂ ਵੀ ਪਰਮਾਤਮਾ ਦੀ ਬਣਾਈ ਹੋਈ ਅੱਗ ਨੂੰ ਮੋੜਨਾ ਨਹੀਂ, ਜੇ ਗਰਮ ਕਰਦੀ ਤੇ ਕਰੀ ਜਾਏ। ਦੂਜੀ ਗੱਲ, ਜੇ ਅੱਜ ਮੈਂ ਤੇ ਤਤੀ ਤਵੀ ਨੂੰ ਰੱਬ ਦੇ ਨਾਮ ਦੀ ਬਰਕਤ ਨਾਲ ਠੰਡੀ ਕਰ ਦਿਆਂਗਾ, ਕੱਲ ਨੂੰ ਜੇ ਸਿੱਖਾਂ ਨੂੰ ਕੁਰਬਾਨੀ ਕਰਨੀ ਪੈਗੀ ਤੇ ਉਹਨਾਂ ਨੇ ਕੁਰਬਾਨੀ ਫਿਰ ਨਹੀਂ ਕਰਨੀ। ਉਹਨਾਂ ਕਹਿਣਾ ਆਪ ਤੇ ਠੰਡੀ ਕਰ ਲਈ, ਹੁਣ ਸਾਡੇ ਵਾਸਤੇ ਤਤੀਆਂ ਤਵੀਆਂ ਨੇ। ਕੋਈ ਬੜੀ ਸੋਹਣੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਦੋਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦੇ ਸਿੱਖਾਂ ਵਿੱਚੋਂ ਭਾਈ ਦਿਆਲੇ ਨੂੰ ਦੇਗ ਵਿੱਚ ਉਬਾਲਣ ਵਾਸਤੇ ਲੈ ਕੇ ਗਏ ਤੇ ਉਹ ਕਾਜੀ ਕਹਿੰਦਾ ਵੀ ਦਿਆਲਿਆ ਵੇਖ ਪਾਣੀ ਕਿੰਨਾ ਗਰਮ ਹੈ, ਭਾਪ ਨਿਕਲਦੀ ਹੈ ਵਿੱਚੋਂ, ਉਬਲਦਾ ਪਾਣੀ ਤੇ ਇਹਦੇ ਵਿੱਚ ਬਹਿਣਾ ਪਏਗਾ। ਤੇ ਦੂਜਾ ਤਰੀਕਾ ਵੀ ਤੂੰ ਸਿੱਖੀ ਛੱਡ ਦੇ, ਤੂੰ ਸਿੱਖੀ ਨੂੰ ਤਿਆਗ ਦੇ। ਭਾਈ ਦਿਆਲਾ ਜੀ ਉਸ ਦੇਗ ਦੇ ਕੋਲ ਗਏ, ਪਾਣੀ ਵੱਲ ਵੇਖਿਆ, ਦੇਗ ਵੱਲ ਵੇਖਿਆ ਤੇ ਦੋਵੇਂ ਹੱਥ ਜੋੜ ਲਏ, ਸਿਰ ਨੀਵਾਂ ਕੀਤਾ। ਆਪੋ ਆਪਣੀ ਸਮਝ ਹੈ। ਤੇ ਜਿਹੜਾ ਕਾਜੀ ਹੈ ਉਹ ਹੱਸ ਪਿਆ, ਕਹਿੰਦੇ ਅਜੇ ਤੇ ਪਾਣੀ ਦੇ ਵਿੱਚ ਨਹੀਂ ਗਿਆ, ਬਾਹਰ ਵੇਖ ਕੇ ਤੇਰਾ ਸੰਤੁਲਨ ਖਤਮ ਹੋ ਗਿਆ, ਪਾਣੀ ਨੂੰ ਹੱਥ ਜੋੜੀ ਜਾਂਦਾ ਵੀ ਬਚਾਈ ਮੈਨੂੰ। ਇਹ ਕਹਿ ਕੇ ਭਾਈ ਦਿਆਲਾ ਜੀ ਸਤਨਾਮ ਵਾਹਿਗੁਰੂ ਕਹਿ ਕੇ ਦੇਗ ਦੇ ਵਿੱਚ ਖੜੇ ਹੋ ਗਏ ਤੇ ਕਹਿਣ ਲੱਗੇ ਉਹ ਕਾਜੀ ਬਹਾ ਬੋਰਾ, ਮੈਂ ਪਾਣੀ ਨੂੰ ਤੇ ਦੇਗ ਨੂੰ ਹੱਥ ਨਹੀਂ ਜੋੜਦਾ, ਮੈਂ ਇਸ ਪਾਣੀ ਨੂੰ ਹੱਥ ਨਹੀਂ ਜੋੜਿਆ, ਉਹ ਤੇਰੀ ਨਜ਼ਰ ਵਿੱਚ ਸੀ। ਮੈਂ ਤੇ ਇਸ ਦੇਗ ਦੇ ਵਿੱਚ ਬੈਠੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਰਿਹਾ ਸੀ ਤੇ ਉਹਨਾਂ ਅੱਗੇ ਹੱਥ ਜੋੜ ਰਿਹਾ ਸੀ ਮੈਂ ਤੇ। ਗੁਰੂ ਵਿੱਚ ਬਰਕਤਾਂ ਨੇ, ਗੁਰੂ ਵਿੱਚ ਤਾਕਤਾਂ ਨੇ। ਹਾਂ, ਇੱਕ ਮੈਂ ਜ਼ਰੂਰ ਬੈਲੈਂਸ ਹੈ ਗੁਰਮਤ ਦੇ ਵਿੱਚ। ਕਈ ਵਾਰੀ ਇਹਨਾਂ ਕਰਾਮਾਤਾਂ ਦੇ ਪਿੱਛੇ ਲੱਗ ਕੇ ਅਸੀਂ ਗੁਰਬਾਣੀ ਨੂੰ ਛੱਡ ਦਿੰਦੇ ਹਾਂ, ਇਹ ਧਿਆਨ ਰੱਖਣਾ। ਮੈਂ ਇੱਕ ਪੱਖ ਕਦੀ ਵੀ ਨਹੀਂ ਬੋਲਿਆ,
और मैं पढ़े लिखे ਸਿੰਘਾਂ ਨੂੰ भी कहा, मैं कि भी दोवें पक्ष इकट्ठे सुनाया करो भी गुरु दे विच पावर भी है ते गुरु दे कोल ज्ञान भी है। जो गुरु कहे सोई भल मानो, हर हर कथा निराली। हुण कल्ला जे ये मन्नी जाइए भी साडे गुरु विच ताकत बड़ी है ते शराबां पीवी जाइए ते विआहां दे विच शराबां वंडी जाइए ते सारे कुकर्म करी जाइए ते बाद विच कहिए जी जाके अमृतसर नहा आवांगे ते ठीक हो गया, पाप लह गए। नहीं, ये गल नहीं है। दोवें पक्ष बराबर लैके सिख ने तुरने ने। जीवन दे विच मैं तुहानूं शुरू विच बेनती कीती सी कि गुरु ग्रंथ साहिब नूं प्रगट करना है संसार दे विच, ते साध संगत जी सिख ने प्रगट करना भी आ साडा गुरु कहंदा है। कमा के विखाएगा तो सिख दे जीवन, सिख दा जीवन क्रांतिकारी हो जाएगा। तुहाडे सामने आ क्रांति नहीं, तुसी करामात नहीं ते होर की वेख रहे हो दुनिया दे विच। इन्नी मार पई है 1984 दे विच कौम नूं 10 साल इन्नी मार पई है, इन्ना कतलो गारत होया है, इन्नी नस्लकुशी हुई है, इन्नियां पाबंदियां लाइयां गईयां ने ते इहदे बावजूद खालसा अज फिर चढ़दी कला दे विच सारी दुनिया दे विच अपने झंडे झुला रहा है। ये करामात नहीं तो होर की है, इहनूं करामात ही कहंदे ने। ये करामात किवें होएगी जदों जिन सतगुर की गल मन्नी तां उस छज्जू झीवर ने गुरु साहब ने छड़ी लाई। हुण कई इतिहासकार ने, कई अपने ढाडी सिंह ने, वो वेख लेंदे ने भी अगे स्रोते किवें दे ने, सारे काम कर ले। इत्थों ते सारा ये काम खराब होया है। आपां जदों स्रोतियां दे प्रभाव थले आके बोलने आ, ठीक है गुरसिखां दा सत्कार करो, अदब करो संगत दा, एक अलग तो गल है। ते कई पुछ लेंदे ने भी ये स्टेज ते किवें दा प्रचार चलदा है, भी टकसालियां दा चलदा है कि मिशनरियां दा चलदा है। वो जिवें दा कह देण, जे ते वो कह देण टकसाली इत्थे बथेरे ने, तूं परवाह ना कर। फिर तो एक छड़ी की बजाय 2 सुना देणगे भी 2 लाइयां सन छड़ियां। ते जे कह देण भी नहीं इत्थे थोड़े जाए सिंह मतलब दूजे पासे दे ने, ते वो फिर तेनूं पुछणगे भी इस तरह किवें हो सकदा है। ते फिर कहंदे नहीं छड़ी दा ते पता नहीं, उंज सुनाए है सी, छड़ी दे पता नहीं लाई कि नहीं लाई, उंज सुनाया, उंज छज्जू झीवर ने सुना दिते सन। अर्थ महाराज ने वैसे ही कृपा कर दी सी। ये साडा हाल हो गया। नहीं, ये तुसी गज के क्यों नहीं कहंदे भी छड़ी लाई सी गुरु ने। गुरु चाहे तो लकड़ की छड़ी नाल बुला दे। बाणी पढ़ो, बाणी पढ़ो, गुरु कोल किन्ने तरीके ने। महाराज कहंदे ने चतुर दिशा कीनो बल अपना सिर ऊपर कर धारिओ। सिख दे सिर ते हथ रखिया ते उन्होंने चौवां पासे चतुर दिशा, चौवां पासे कीनो बल अपना, अपना बल विखा दिता भी आ वेख, आ मेरी शक्ति है, तू डोलना क्यों है, तू परवाह क्यों करना है। सारी दुनिया झुकी हुई है गुरु नानक के घर के अगे, तू परवाह क्यों करना है। ये चढ़दी कला आवेगी ना। चढ़दी कला किनू कहंदे ने। हुण तां सारे असी मतलब झोरे दे विच, चिंता दे विच रोंदे तुंदे फिरदे आं भी की करिए, कुछ नहीं, इत्थे तां रिहा कुछ नहीं, हुण बाहर ही तुर जाओ। कल मैं एक सिंह ने मैनू फोटो भेजी सी बाबा बोता सिंह ते गरजा सिंह दी। जदों सिंह नहीं सन रहे इलाके विच, सरकार ने इन्ना जुल्म कीता सी, उन्होंने एक घाह दा खब्बड़ वट के रस्सा ते दोवां पासे सड़क दे लकड़ां गड्ढ के बन दिता ते एक पासे बोता सिंह खलो गया ते एक पासे गरजा सिंह निशान साहब ला दिता, वो भी लकड़ दा ही। ते उन्हां दीयां फोटोआं लगियां होईयां ने, सिर्फ शरीर ते कशहरे पाए ने ते एक एक परना मोढे ते चादर रखी हुई है। फौज लंघन लगी, कहंदे रुको, कहंदे तुसी कौन हो, कहंदे असी कौन आ, कहंदे असी बादशाह, खालसे दा राज हो गया, तुहानूं झंडा नहीं दिसदा सामने, निशान साहब नहीं दिसदा। वो कहंदे कौन ने बंदे, कमाल दी गल है। चलो गल लंबी ना करा, मतलब
ਸਰੀਰ ਦੇ ਕੱਪੜੇ ਵੀ ਨਹੀਂ, ਪੈਰੀ ਜੁੱਤੀ ਵੀ ਨਹੀਂ, ਤੇ 2 ਦੀ ਗਿਣਤੀ ਹੈ, ਤੇ ਕਹਿੰਦੇ ਸਾਡਾ ਰਾਜ ਹੋ ਗਿਆ। ਤੇ ਅੱਜ ਹੁਣ ਸਾਰਾ ਕੁਝ ਹੈ, ਸਭ ਕੁਝ ਹੈ। ਕਹਿੰਦੇ ਅਸੀਂ ਤੇ ਬਾਹਰ ਹੀ ਚਲੇ ਜਾਣਾ ਜੀ, ਸਾਰਿਆਂ ਨੇ ਵਿਦੇਸ਼ ਵਿੱਚ ਹੀ ਚਲੇ ਜਾਣਾ। ਆ ਇੱਕ ਸਿੰਘ ਚੰਗਾ ਭਲਾ ਮੈਨੂੰ ਕਹਿੰਦਾ ਮੈਂ ਤੇ ਆਉਣਾ ਹੀ ਨਹੀਂ ਇੱਥੇ ਪਰਤ ਕੇ, ਮੈਂ ਤੇ ਜ਼ਮੀਨ ਹੀ ਵੇਚ ਦਿੱਤੀ ਹੈ, ਮੈਂ ਤੇ ਘਰ ਦਾ ਸਮਾਨ ਵੀ, ਮੈਂ ਕਿਹਾ ਵੀ ਮੈਂ ਇੱਥੇ ਆਉਣਾ ਹੀ ਨਹੀਂ। ਲੋਕਾਂ ਨੂੰ ਕਹਿਤਾ ਤੁਸੀਂ ਦਰਵਾਜ਼ੇ ਖੋਲ ਕੇ ਤੇ ਲੈ ਜਾਓ ਚੁੱਕ ਕੇ ਸਾਰਾ। ਮੈਂ ਕਿਹਾ ਕੀ ਗੱਲ, ਐਡੀ ਕਿਹੜੀ ਗੱਲ ਹੋ ਗਈ? ਕਹਿੰਦੇ ਉੱਥੇ ਝੂਠੇ ਬੜੇ ਲੋਕ ਨੇ, ਉੱਥੇ ਲਾਲਚੀ ਬੜੇ ਲੋਕ ਨੇ, ਪੈਸੇ ਮੰਗਦੇ ਨੇ ਸਾਡੇ ਤੋਂ, ਉੱਥੇ ਜਾਈਏ, ਆਹ ਹੈ ਉਹ ਹੈ, ਨਸ਼ਾ ਬੜਾ ਹੋ ਗਿਆ, ਆਹ ਹੋ ਗਿਆ, ਸਿੰਘ ਤੇ ਰਹੇ ਹੀ ਕੋਈ ਨਹੀਂ। ਉਹ ਮੈਂ ਕਿਹਾ ਗੁਰੂ ਦੇ ਸਿੰਘੋ, ਬੜੇ ਤੁਸੀਂ ਨਗਰ ਕੀਰਤਨ ਕੱਢਦੇ ਉੱਥੇ ਵਿਦੇਸ਼ ਵਿੱਚ, ਤੇ ਵੱਡੇ ਵੱਡੇ ਦਮਾਲੇ ਸਜਾਉਂਦੇ ਹੋ, ਤੇ ਬੜੇ ਮਾਰੇ ਬਕਾਰੇ, ਤੇ ਬੜੀ ਚੜ੍ਹਦੀ ਕਲਾ ਵੀ ਸਰਕਾਰ ਦੇ ਝੰਡੇ ਦੇ ਨਾਲ ਸਾਡਾ ਵੀ ਝੰਡਾ ਲੱਗਾ। ਤੁਹਾਡੇ ਅੰਦਰ ਕੀ ਬਣ ਗਿਆ? ਤੁਹਾਡੇ ਇੰਨੇ ਕਮਜ਼ੋਰ ਹੋ ਗਏ ਤੁਸੀਂ। ਇਹ ਧਿਆਨ ਨਾਲ ਸੁਣੋ ਸਾਧ ਸੰਗਤ ਜੀ, ਆਪਣੀ ਮਾਲਕੀਅਤ ਜ਼ਮੀਨ ਨਾ ਵੇਚੋ ਇਸ ਧਰਤੀ ਦੇ ਉੱਤੋਂ। ਇਹਦੇ ਪਿੱਛੇ ਇੱਕ ਪੂਰੀ ਵੱਡੀ ਸਕੀਮ ਚੱਲ ਰਹੀ ਹੈ ਕਿ ਤੁਹਾਨੂੰ ਬੇਮਾਲਕ ਕਰਨਾ ਪੰਜਾਬ ਦੀ ਧਰਤੀ ਤੋਂ। ਤੇ ਫਿਰ ਉਹ ਕਹਿਣਗੇ ਤੁਸੀਂ ਇੱਥੋਂ ਦੇ ਮਾਲਕ ਹੀ ਨਹੀਂ, ਹੁਣ ਜਿਹੜੇ ਥੋੜੇ ਵਾਲੇ ਬਚੇ ਉਹ ਚੜੋ ਜਹਾਜ਼ ਤੇ ਜਾਓ ਜਿੱਧਰ ਮਰਜ਼ੀ ਜਾਣਾ। ਤੇ ਸਾਡੇ ਵਾਲੇ ਕੀ ਕਹਿੰਦੇ ਨੇ, ਨਹੀਂ ਜੀ ਇੱਧਰ ਤੇ ਗਰਮੀ ਬੜੀ ਲੱਗਦੀ ਏ, ਅਸੀਂ ਤੇ ਆਉਣਾ ਹੀ ਨਹੀਂ ਇੱਥੇ ਜੀ, ਇੱਥੇ ਜੀ ਜ਼ਮੀਨ ਵੇਚ ਦੇਣੀ ਹੈ। ਉਹ ਜਿੱਥੇ ਤੁਹਾਡੇ ਗੁਰੂਆਂ ਨੇ ਬਖਸ਼ਾਂ ਕੀਤੀਆਂ ਨੇ, ਜਿੱਥੇ ਮਹਾਰਾਜ ਨੇ ਕਿਰਪਾ ਕੀਤੀ ਹੈ, ਤੁਹਾਡੀ ਜਿਹੜੀ ਬੇਸਿਕ ਜ਼ਮੀਨ ਹੈ, ਤੁਸੀਂ ਉਧਰ ਜਾ ਕੇ ਤੇ ਮਾੜਾ ਮੋਟਾ ਵੇਖ ਕੇ ਰੰਗ ਤਮਾਸ਼ਾ ਜਿਹਾ, ਤੇ ਤੁਸੀਂ ਇਹਨੂੰ ਛੱਡ ਕੇ ਬਹਿ ਗਏ। ਰਹੋ ਉੱਥੇ, ਕੋਈ ਗੱਲ ਨਹੀਂ, ਮੈਂ ਨਹੀਂ ਕਹਿੰਦਾ ਵਿਦੇਸ਼ ਨਾ ਜਾਓ, ਜਾਓ ਵਿਦੇਸ਼, ਉੱਥੇ ਵੀ ਰਹੋ। ਮੈਂ ਕਈ ਘਰ ਵੇਖੇ ਨੇ ਜੇ 3 ਨਿਆਣੇ ਨੇ, 4 ਨਿਆਣੇ ਨੇ, ਤੇ ਘਰ ਵਿੱਚ ਖੈਰ ਮਹਿਰ ਹੈ, ਸਭ ਮਤਲਬ ਕੰਮ ਚੱਲਦਾ ਹੈ ਵਧੀਆ, ਤੇ ਸਾਧ ਸੰਗਤ ਜੀ ਸਾਰੇ ਹੀ ਆਈਲੈਟਸ ਕਰੀ ਜਾਂਦੇ ਨੇ, ਸਾਰੇ ਹੀ। ਤੇ ਮੈਂ ਕਈਆਂ ਨੂੰ ਕਹਿਣਾ ਵੀ ਇਹਨਾਂ ਆ ਜਿਹੜੀਆਂ ਗਾਵਾਂ ਮੱਝਾਂ ਰੱਖੀਆਂ ਨੇ ਤੇ ਕੁੱਤੇ ਰੱਖੇ, ਇਹਨਾਂ ਨੂੰ ਵੀ ਕਰਾ ਦਿਓ, ਇਹਨਾਂ ਨੂੰ ਵੀ ਨਾਲ ਹੀ ਲੈ ਜਾਏ ਤੁਸੀਂ, ਇੱਥੇ ਛੱਡਿਆ ਜੇ ਨਾ ਕਿਸੇ ਨੂੰ। ਇਹ ਗੱਲਾਂ ਸਾਧ ਸੰਗਤ ਜੀ ਹੱਸਣ ਵਾਲੀਆਂ ਨਹੀਂ, ਇਹ ਸਾਡੀ ਨੌਨਸੈਂਸ ਬੇਸਮਝੀ ਹੈ। ਆਉਣ ਵਾਲੇ ਸਮੇਂ ਵਾਸਤੇ ਅਸੀਂ ਬਹੁਤ ਵੱਡਾ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੜਾ ਵੱਡਾ ਨੁਕਸਾਨ ਸਹੇੜ ਰਹੇ ਹਾਂ ਆਪਣੀ ਐਸ਼ ਪਿੱਛੇ ਸਿਰਫ। ਜੇ 4 ਬੱਚੇ ਨੇ ਤੇ 2 ਬਾਹਰ ਭੇਜ ਦਿਓ, 2 ਇੱਥੇ ਰੱਖੋ, ਇੱਥੇ ਕਿਹੜਾ ਮਾੜੀ ਗੱਲ ਹੈ? ਇਹ ਬੜਾ ਜ਼ਰੂਰੀ ਹੈ ਇਸ ਚੀਜ਼ ਦੇ ਉੱਤੇ। ਇਹ ਆਪਣਾ ਦੇਸ਼ ਹੈ, ਆਪਣੀ ਧਰਤੀ ਹੈ, ਆਪਣੇ ਲੋਕ ਨੇ ਇੱਥੇ। ਸਾਡਾ ਇੱਥੋਂ ਤੋਂ ਬਿਨਾਂ ਤ੍ਰਿਪਤੀ ਨਹੀਂ ਆਉਂਦੀ ਮਨ ਨੂੰ। ਜਿਹੜੇ ਵਿਦੇਸ਼ ਵੀ ਗਏ ਨੇ ਉਹ ਵੀ ਉੱਥੇ ਕਹਿੰਦੇ ਵੀ ਭਾਵੇਂ ਇੱਥੇ ਸਾਰਾ ਕੁਝ ਹੈ ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਇੱਥੇ ਕੁਦਰਤੀ ਹੈ, ਜਿਸ ਜ਼ਮੀਨ ਤੇ ਤੁਹਾਡਾ, ਜਿੱਥੋਂ ਦਾ ਜੀਨਸ ਹੈ, ਜਿੱਥੋਂ ਤੁਹਾਡਾ ਸਰੀਰ ਬਣਿਆ, ਤੁਹਾਡੇ ਸਰੀਰ ਦੇ ਵਿੱਚ ਇੱਥੋਂ ਦੀ ਮਿੱਟੀ ਦੇ ਅੰਸ਼ ਨੇ, ਤਾਂ ਤੁਸੀਂ ਇਹਨੂੰ ਛੱਡ ਕੇ ਕਿੱਥੇ ਜਾ ਸਕਦੇ ਹੋ, ਕਿਵੇਂ ਜਾ ਸਕਦੇ ਹੋ? ਸੋ ਮਹਾਰਾਜ ਸੱਚੇ ਪਾਤਸ਼ਾਹ ਨੇ, ਮੈਂ 2-3 ਵਿਸ਼ੇ ਤੁਹਾਡੇ ਨਾਲ ਸ਼ੁਰੂ ਕਰ ਬੈਠਾ ਸੀ ਤੇ ਟਾਈਮ ਹੋ ਗਿਆ। ਇੱਕ ਤਾਂ ਮਹਾਰਾਜ ਕਹਿੰਦੇ ਵੀ ਜੇ ਰੱਬ ਦੇ ਨਾਮ ਦਾ ਬੂਟਾ ਉਗਾਉਣਾ ਹੈ ਤਾਂ ਮਨ ਨੂੰ ਹਾਲੀ ਬਣਾਉਣਾ ਪਏਗਾ। ਪਹਿਲਾਂ ਮਨ ਨੂੰ ਸਾਬਤ ਕਰਨਾ ਪਏਗਾ। ਉਹ ਜਿਹੜਾ ਭਾਈ ਛੱਜੂ ਸੀ, ਉਹਨੇ ਅਰਥ ਕਿਉਂ ਕਰ ਦਿੱਤੇ ਗੀਤਾ ਦੇ। ਪੰਡਤ ਲਾਲ ਚੰਦ ਨੇ ਪੁੱਛਿਆ ਵੀ ਮਹਾਰਾਜ, ਫਿਰ ਮੰਨ ਗਿਆ। ਕਈ ਇਤਿਹਾਸ ਕਹਿੰਦਾ ਵੀ ਉਹਨੇ ਜਨੇਊ ਲਾ ਕੇ ਅੱਗੇ ਰੱਖ ਦਿੱਤਾ। ਮਹਾਰਾਜ ਕਹਿੰਦੇ ਚੁੱਕ ਕੇ ਪਾ ਲੈ, ਇਹ ਤੇਰਾ ਧਰਮ ਹੈ, ਤੂੰ ਆਪਣੇ ਧਰਮ ਵਿੱਚ ਰਹੋ, ਅਸੀਂ ਇਹ ਨਹੀਂ ਕਰਦੇ, ਅਸੀਂ ਕਿਸੇ ਦਾ ਧੱਕੇ ਨਾਲ ਧਰਮ ਨਹੀਂ ਛਡਾਉਂਦੇ। ਉਹ ਕਹਿੰਦਾ ਮਹਾਰਾਜ ਮੈਂ ਸਿੱਖ ਬਣਨਾ ਤੁਹਾਡਾ, ਪਰ ਮੈਨੂੰ ਇੱਕ ਬੇਨਤੀ ਆ ਵੀ ਮੈਨੂੰ ਦੱਸੋ ਤਾਂ ਸਹੀ ਬਈ ਇਸ ਬੰਦੇ ਦੇ ਨਾਂ ਤੇ ਕੰਨ ਕੰਮ ਕਰਦੇ ਨੇ, ਪਾਣੀ ਢੋ ਢੋ ਕੇ ਇਹਦਾ ਸੁਣਨਾ ਬੰਦ ਹੋ ਗਿਆ, ਤੇ ਨਾ ਇਹਦੀ ਜ਼ੁਬਾਨ ਪੂਰੀ ਕੰਮ ਕਰਦੀ ਹੈ। ਤੇ ਜਦੋਂ ਮੈਂ ਬੋਲਿਆ ਤੇ ਇਹਨੇ ਸੁਣ ਕਿਵੇਂ ਲਿਆ ਤੇ ਇਹਨੇ ਬੋਲ ਕਿਵੇਂ ਲਿਆ ਹੈ? ਤੇ ਸਤਿਗੁਰਾਂ ਨੇ ਫਿਰ ਵਜਦ ਵਿੱਚ ਆ ਕੇ ਕਿਹਾ, ਪੰਡਤ ਜੀ
ਇਹ ਗੁਰੂ ਨਾਨਕ ਦਾ ਘਰ ਹੈ। ਇਸ ਗੁਰੂ ਨਾਨਕ ਦੇ ਘਰ ਦੇ ਅਰਥ ਉਹ ਹੀ ਕਰਦੇ ਨੇ ਜਿਨ੍ਹਾਂ ਦੇ ਕੰਨ ਸੰਸਾਰ ਵੱਲੋਂ ਬੰਦ ਹੋ ਜਾਣ ਤੇ ਜਿਨ੍ਹਾਂ ਦਾ ਬੋਲਣਾ ਸੰਸਾਰ ਨਾਲ ਘੱਟ ਹੋ ਜਾਏ। ਇਹਦੇ ਅਰਥ ਉਹ ਹੀ ਕਰ ਸਕਦੇ ਨੇ। ਜਿਹੜੇ ਇੱਥੇ ਸਾਰਾ ਦਿਨ ਨਿੰਦਿਆ ਚੁਗਲੀਆਂ ਸੁਣਦੇ ਨੇ ਤੇ ਆਪਣੀਆਂ ਵਡਿਆਈਆਂ ਸੁਣਦੇ ਨੇ, ਉਹ ਕਹਿਣ ਵੀ ਅਸੀਂ ਗੁਰੂ ਦੀ ਗੱਲ ਕਰ ਰਹੀ, ਅਸੀਂ ਕਰਦੇ ਹੀ ਪਏ ਹਾਂ, ਥੋੜ੍ਹੇ ਥੋੜ੍ਹੀਆਂ। ਆ ਸਵੇਰੇ ਤੁਸੀਂ ਟੈਲੀਵਿਜ਼ਨ ਖੋਲ੍ਹ ਕੇ ਵੇਖੋ, ਜਿੱਥੇ ਵੇਖੋ ਉੱਥੇ ਕਥਾ ਹੁੰਦੀ ਹੈ। ਬਈ ਕਿੱਧਰ ਜਾ ਰਹੀ ਹੈ? ਮੈਂ ਨਹੀਂ ਕਹਿੰਦਾ ਵੀ ਨਹੀਂ ਹੋਣੀ ਚਾਹੀਦੀ, ਹੋਣੀ ਤਾਂ ਚਾਹੀਦੀ ਹੈ, ਪਰ ਇੰਨੀ ਕਥਾ ਜਾ ਕਿੱਧਰ ਰਹੀ ਹੈ? ਲੋਕਾਂ ਦੇ ਵਿੱਚੋਂ ਪ੍ਰਗਟ ਕਿਉਂ ਨਹੀਂ ਹੋ ਰਹੀ? ਕਿਉਂਕਿ ਇਹ ਕਥਾਵਾਂ ਸਾਧ ਸੰਗਤ ਜੀ ਖੁਸ਼ਾਮਦਾ ਕਰ ਕਰਕੇ ਲੱਗਦੀਆਂ ਨੇ। ਉੱਥੇ ਦਾਸ ਵੀ ਕਰਕੇ ਆਉਂਦਾ ਹੈ, ਚਲੋ ਸਤਿਕਾਰ ਕਰਦੇ ਜਿੰਨਾ ਕਰਨ। ਇਹ ਲਾਈਨਾਂ ਵਿੱਚ ਲੱਗ ਲੱਗ ਕੇ, ਇਹ ਤਰਲੇ ਲੈ ਲੈ ਕੇ, ਪੈਰ ਚੱਟ ਚੱਟ ਕੇ ਉਹਨਾਂ ਲੋਕਾਂ ਦੀਆਂ ਸਿਫਾਰਿਸ਼ਾਂ ਪਵਾ ਪਵਾ ਕੇ ਜਿਹੜੇ ਸਵੇਰੇ ਰਾਤ ਨੂੰ ਸ਼ਰਾਬ ਪੀਂਦੇ ਨੇ ਤੇ ਸਵੇਰੇ 10 ਵਜੇ ਉੱਠਦੇ ਨੇ, ਉਹਨਾਂ ਦੀ ਸਿਫਾਰਿਸ਼ ਨਾਲ ਜੇ ਤੁਹਾਡੀ ਕਥਾ ਉੱਥੇ ਲੱਗ ਵੀ ਗਈ ਤੇ ਕੌਣ ਸੁਣੇਗਾ ਤੁਹਾਡੀ ਕਥਾ? ਇਹ ਗੁਰੂ ਨਾਨਕ ਦਾ ਘਰ ਹੈ। ਅਸੀਂ ਇਹਨੂੰ ਗੁਰੂ ਨਾਨਕ ਦਾ ਘਰ ਰਹਿਣ ਨਹੀਂ ਦਿੱਤਾ। ਜੀ ਜੀ ਕਰਦੇ ਫਿਰਨੇ ਆ। ਉਹ ਤੁਹਾਨੂੰ ਤੇ ਵਜ਼ੀਰ ਬਣਾਇਆ ਸੀ ਗੁਰੂ ਦੇ, ਤੇ ਤੁਸੀਂ ਵਜ਼ੀਰ ਬਣ ਕੇ ਇਹ ਜਿਹੜੇ ਹੋਮਗਾਰਡੀਏ ਸਨ ਇਹਨਾਂ ਦੇ ਪਿੱਛੇ ਤੁਰੇ ਫਿਰਦੇ ਹੋ ਤੁਸੀਂ। ਤੇ ਫਿਰ ਕਹਿੰਦੇ ਸਿੱਖੀ ਨੂੰ ਹੋਇਆ ਕੀ ਹੈ? ਸੋ ਇਹ ਗੁਰੂ ਸਾਹਿਬ ਦੀ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਕਿਰਪਾ ਹੈ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਕੋਲ, ਇੱਕ ਮੈਂ ਬੇਨਤੀ ਕਰਾਂ, ਇਹੀ ਇੱਕ ਸਬੂਤ ਹੈ। 6ਵੇਂ ਪਾਤਸ਼ਾਹ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਂ ਨੇ ਗੁਰੂਆਂ। ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰਦਾਸ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨੈਣ। 5ਵੇਂ ਪਾਤਸ਼ਾਹ ਤੱਕ ਨਾਮ ਭੱਟਾਂ ਨੇ ਲਏ ਨੇ। 6ਵੇਂ ਪਾਤਸ਼ਾਹ ਦਾ ਨਾਮ ਆਇਆ ਸਾਧ ਸੰਗਤ ਜੀ, ਵੱਡੀ ਆਰਜਾ ਹਰਗੋਬਿੰਦ ਕੀ। ਇਹ 5ਵੇਂ ਪਾਤਸ਼ਾਹ ਨੇ 6ਵੇਂ ਪਾਤਸ਼ਾਹ ਦਾ ਹਵਾਲਾ ਵੀ ਦੇ ਦਿੱਤਾ ਵੀ ਉਹਨਾਂ ਦਾ ਨਾਂ ਆਇਆ। 9ਵੇਂ ਪਾਤਸ਼ਾਹ ਦੀ 9ਵੇਂ ਮਹੱਲੇ ਦੀ ਬਾਣੀ ਵੀ ਆਈ ਹੈ। ਪਰ ਜਿਹੜੇ 7ਵੇਂ 8ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ, ਹੁਣ ਕਈ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਗ੍ਰੰਥ ਨੂੰ ਪੜ੍ਹਨਾ ਹੀ ਨਹੀਂ। ਮੰਨੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ, ਉਹ ਤਖਤ ਚਾਬਰ ਦੇ ਮਾਲਕ ਨੇ। ਪਰ ਜੇ ਤੁਸੀਂ 10ਮ ਪਾਤਸ਼ਾਹ ਦੀ ਬਾਣੀ ਨੂੰ ਨਹੀਂ ਮੰਨਦੇ, 10 ਗੁਰੂਆਂ ਦਾ ਕਨਸੈਪਟ ਕਲੀਅਰ ਨਹੀਂ ਹੁੰਦਾ ਤੁਹਾਡੇ ਸਾਹਮਣੇ। 3 ਗੁਰੂਆਂ ਦਾ ਕਿਤੇ ਨਾਂ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। 5 ਕਕਾਰਾਂ ਦੇ ਨਾਂ ਕਿੱਥੋਂ ਲਓਗੇ? ਆ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆਪਾਂ ਸ਼ਬਦ ਪੜ੍ਹਨਾ, ਤੁਸੀਂ ਲਿਖਿਆ ਵੀ ਗੇਟ ਅੱਗੇ ਲਾ ਕੇ, ਇਹ ਕਿੱਥੋਂ ਲਵੋਗੇ? ਇਹ ਚੰਡੀ ਦੀ ਵਾਰ ਵਿੱਚ ਹੈ, ਜਿਹੜੀ ਅਰਦਾਸ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਹੈ। ਪਰ ਹੁਣ ਸਾਡੇ ਵਿੱਚ ਨਵੇਂ ਪੜ੍ਹੇ ਆ ਗਏ ਤੇ ਅਸੀਂ ਵੀ ਉਵੇਂ ਦੇ ਹਾਂ। ਜੇ ਕਿਸੇ ਕੋਲ 4 ਪੈਸੇ ਹੈਣ, ਬਸ ਅਸੀਂ ਉਹਦੇ ਪਿੱਛੇ ਲੱਗ ਗਏ। ਗੁਰੂ ਦੀ ਗੱਲ ਕਰੋ, ਗੁਰੂ ਤੇ ਭਰੋਸਾ ਰੱਖੋ। ਸੋ ਆਓ ਸਾਰੇ ਪਿਆਰ ਦੇ ਨਾਲ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਉ ਨਿਦ ਆਵੈ ਤਾਏ, ਕਰ ਨਉ ਨਿਦ ਆਵੈ ਤਾਏ, ਕਰ
सब थाई होए सहाय, सब थाई होए सहाय, सब थाई सब थाई होए सहाय, सब थाई होए सहाय, सब थाई। सो सतगुरु हरकृष्ण साहब महाराज जी के प्रकाश दिहाड़े की आप पंजोखरा साहब नगर निवासी संगत ते होर इलाका निवासी संगत जो पहुँचे हो, सारिਆਂ ਨੂੰ बहुत बहुत ਵਧਾਈਆਂ। प्रबंधकों का धन्यवाद। सतगुरु गुरु ग्रंथ साहब सच्चे पातशाह जी का शुकराना। भुलों चुकों की खिमा करनी। गज वज के फतेह बुलाओ जी। वाहिगुरू जी का खालसा, वाहिगुरू जी की फतेह।